अगली जिहड़ी खबर अपनी वो हैगी आ फ्लोरिडा ते टैक्सस बारे। तो उहदे विच बेसिकली ये आ कि इन्हां दोनों स्टेटां ने जिहड़े इमीग्रेंट्स आउंदे ने उन्हां दे उत्ते सख्ती जिहड़ी आ वो करनी शुरू कीती हुई आ। ते हुण जिहड़ी तां फ्लोरिडा स्टेट आ उहदे विच एक जिहड़ा हैगा वो कोर्टां ने भी एक्शन लिया होया। तो जी सुप्रीम कोर्ट आ उत्थों की फ्लोरिडा की वो परमिट करती है प्रोसीक्यूटर्स टू इन्वेस्टिगेट पेरेंट्स गार्डियंस और फैमिली मैंबरस एज वैल एज ऑर्गेनाइजेशंस हू आर इन्वॉल्वड इन समगलिंग ट्रैफिकिंग अनकंपनीड चिल्ड्रन और अनडाकूमेंट इमीग्रेंट्स टू फ्लोरिडा। ਜਿਹੜੇ ਫਲੋਰਿਡਾ ਦੇ ਵਿੱਚ ਅਨਡਾਕੂਮੈਂਟਡ ਬੰਦੇ ਆਉਂਦੇ ਆ ਜਾਂ ਬੱਚੇ ਆਉਂਦੇ ਛੋਟੇ ਉਹਨਾਂ ਦੇ ਖਿਲਾਫ ਜਿਹੜੀ ਉੱਥੋਂ ਦੀ ਸੁਪਰੀਮ ਕੋਰਟ ਆ ਉਹਨੇ ਕਿਹਾ ਵੀ ਇਨਵੈਸਟੀਗੇਟ ਕਰੋ ਉਹਨਾਂ ਦੇ ਪੇਰੈਂਟਸ ਨੂੰ ਗਾਰਡੀਅਨਸ ਨੂੰ ਸਾਰਿਆਂ ਨੂੰ। ਤੇ ਇਹ ਜਿਹੜਾ ਹੈਗਾ ਆਰਡਰ ਕੋਰਟ ਦਾ ਇਹ ਬੜਾ ਵਾਈਡ ਹੈ ਤੇ ਇਹਦੇ ਨਾਲ ਜਿਹੜੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਵੀ ਕੀਤੀ ਜਾ ਸਕਦੀ ਆ ਉਹਨਾਂ ਸਟੇਟਾਂ ਦੇ ਵਿੱਚ, ਖਾਸ ਕਰਕੇ ਜਿਹੜੇ ਬੰਦੇ ਉੱਥੋਂ ਇਲੀਗਲ ਬਾਰਡਰ ਕ੍ਰੋਸ ਕਰਕੇ ਆਉਂਦੇ ਨੇ ਜਿਹੜੇ ਫਲੋਰਿਡਾ ਦੇ ਵਿੱਚ ਜਾਣਗੇ, ਕਿਉਂਕਿ ਆਮ ਤੌਰ 'ਤੇ ਜਿਹੜੀ ਇਮੀਗ੍ਰੇਸ਼ਨ ਦੀ ਵਾਇਲੇਸ਼ਨ ਹੈ ਅਮਰੀਕਾ ਦੇ ਵਿੱਚ ਉਹਦੀ ਕੋਈ ਕ੍ਰਿਮੀਨਲ ਇਨਵੈਸਟੀਗੇਸ਼ਨ ਨਹੀਂ ਹੈਗੀ, ਲੇਕਿਨ ਫਲੋਰਿਡਾ ਦੀ ਜਿਹੜੀ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਤੁਸੀਂ ਹੁਣ ਕਰੋ। ਟੈਕਸਸ ਜਿਹੜਾ ਆ ਉਹਨੇ ਜੁਲਾਈ 7 ਨੂੰ ਜਿਹੜੇ ਉਹਦੇ ਗਵਰਨਰ ਨੇ ਐਬਟ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਇਸ਼ੂ ਕੀਤਾ। He issued an executive order instructing Texas National Guard troops and state troopers to take migrants into custody and send them back to ports of entry on suspicion of violating federal law. ਟੈਕਸਸ ਦੇ ਗਵਰਨਰ ਨੇ ਇੱਕ ਆਰਡਰ ਜਾਰੀ ਕੀਤਾ ਵੀ ਜਿਹੜੇ ਵੀ ਇੱਥੇ ਮਾਈਗਰੈਂਟਸ ਜਾਂ ਇਲੀਗਲ ਐਂਟਰੈਂਟ ਜਿਹੜੇ ਆਉਂਦੇ ਆ ਉਹ ਫੜੇ ਜਾਂਦੇ ਆ, ਇਹਨਾਂ ਨੂੰ ਦੁਬਾਰਾ ਪੋਰਟ ਆਫ ਐਂਟਰੀ 'ਤੇ ਜਿਹੜਾ ਛੱਡਿਆ ਉਹ ਸਟੇਟ ਦੇ ਵਿੱਚ ਉਹਨਾਂ ਨੂੰ ਇੱਥੇ ਰਹਿਣ ਦੀ ਜਾਂ ਘੁੰਮਣ ਫਿਰਨ ਦੀ ਜਾਂ ਜਾਣ ਦੀ ਇਹਦੇ ਵਿੱਚੋਂ ਇਜਾਜ਼ਤ ਨਹੀਂ ਹੋਏਗੀ। ਅਤੇ ਇਹ ਜਿਹੜਾ ਮਤਲਬ ਆਰਡਰ ਆ ਇਹ ਜਿਹੜੀ ਫੈਡਰਲ ਗੌਰਮੈਂਟ ਦੀਆਂ ਡਾਇਰੈਕਸ਼ਨਸ ਨੇ ਕਿ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਇਹ ਰਿਲੀਜ਼ ਕਰ ਦਿੰਦੇ ਨੇ, ਉਹਦੇ ਡਾਇਰੈਕਟਲੀ ਅਗੇਂਸਟ ਆ, ਕਿਉਂਕਿ ਇਹ ਆਰਡਰ ਜਿਹੜਾ ਉਹ ਪੁਲਿਸ ਨੂੰ ਅਤੇ ਜਿਹੜੀ ਉੱਥੋਂ ਦੇ ਜਿਹੜੇ ਨੈਸ਼ਨਲ ਗਾਰਡ ਨੂੰ ਉਹਨਾਂ ਨੂੰ ਇਹ ਕਹਿੰਦਾ ਵੀ ਜਿਹੜਾ ਬੰਦਾ ਵੀ ਅਨਡਾਕੂਮੈਂਟਡ ਲੱਭ ਗਿਆ ਉਹਨੂੰ ਉਹ ਫੜ ਸਕਦੇ ਆ, ਫੜ ਕੇ ਉਹਨੂੰ ਵਾਪਸ ਜਿਹੜਾ ਬਾਰਡਰ ਦੇ ਉੱਤੇ ਪੋਰਟ ਆਫ ਐਂਟਰੀ 'ਤੇ ਜਿੱਥੋਂ ਐਂਟਰ ਕੀਤਾ ਉੱਥੇ ਛੱਡ ਸਕਦੇ ਆ। ਅਤੇ ਇਹ ਦੋ ਜਿਹੜੀਆਂ ਸਟੇਟਾਂ ਦੇ ਜਿਹੜੇ ਇਹ ਮਤਲਬ ਕਾਫੀ ਜ਼ਿਆਦਾ ਸਖਤੀ ਕੀਤੀ ਹੋਈ ਆ। ਅਤੇ ਜਿਹੜੀ ਫੈਡਰਲ ਗੌਰਮੈਂਟ ਆ ਉਹਦਾ ਰੁਖ ਕੁਛ ਹੋਰ ਆ, ਇਹ ਦੋ ਸਟੇਟਾਂ ਦਾ ਰੁਖ ਕੁਛ ਹੋਰ ਆ। ਹੁਣ ਟਾਈਮ ਦੱਸੇਗਾ ਕਿ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਆ ਉਹ ਕਿਸ ਤਰ੍ਹਾਂ ਹੁੰਦੀ ਹੈ। ਜਿਹੜੀ ਆਪਣੀ ਤੀਜੀ ਖਬਰ ਹੈ ਜੀ ਉਹ ਹੈਗੀ ਆ ਕਿ ਜਿਹੜਾ US ਹਾਊਸ ਆ, ਹਾਊਸ ਆਫ ਰੈਪਰੈਜ਼ੈਂਟੇਟਿਵ, ਉਹਨੇ ਇੱਕ ਬਿੱਲ ਪਾਸ ਕੀਤਾ ਰੋ ਵਰਸਿਸ ਵੇਡ, ਜਿਹੜਾ ਕਿ ਸੁਪਰੀਮ ਕੋਰਟ ਨੇ ਓਵਰਟਰਨ ਕਰਤਾ। ਜਿਹਦੇ ਬਾਰੇ ਮੈਂ ਦੱਸਿਆ ਸੀ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਵੀ ਇੱਕ ਬੜਾ ਫਾਰ ਰੀਚਿੰਗ ਕੇਸ ਸੀ ਅਤੇ ਉਹਨਾਂ ਨੇ ਓਵਰਟਰਨ ਕਰਤਾ ਸੀ ਉਹ ਕੇਸ। ਅਤੇ ਉਹਦੇ ਅਗੇਂਸਟ ਉਹਨਾਂ ਨੇ ਹੁਣ ਹਾਊਸ ਨੇ ਇੱਕ ਬਿੱਲ ਜਿਹੜੇ ਨੇ ਉਹ ਪਾਸ ਕੀਤੇ ਨੇ। ਬਿੱਲ ਦਾ ਨਾਂ ਹੈਗਾ ਜੀ ਵੂਮੈਨਸ ਹੈਲਥ ਪ੍ਰੋਟੈਕਸ਼ਨ ਐਕਟ ਆਫ 2022 ਅਤੇ ਹਾਊਸ ਦੇ ਵਿੱਚੋਂ ਪਾਸ ਹੋ ਗਿਆ। 219 ਵੋਟਾਂ ਇਹਦੇ ਹੱਕ 'ਚ ਪਈਆਂ, 210 ਇਹਦੇ ਖਿਲਾਫ ਪਈਆਂ। ਅਤੇ ਇਹ ਜਿਹੜਾ ਬਿੱਲ ਹੈਗਾ ਇਹ ਰਾਈਟ ਟੂ ਅਬੋਰਸ਼ਨ ਕਰਦਾ। ਇਹ ਬਿੱਲ ਇਹ ਕਹਿੰਦਾ ਵੀ ਅਬੋਰਸ਼ਨ ਦਾ ਰਾਈਟ ਹੋਣਾ ਚਾਹੀਦਾ ਅਤੇ ਜਿਹੜੀਆਂ ਸਟੇਟਸ ਨੇ ਉਹਨਾਂ ਨੂੰ ਇਹ ਅਬੋਰਸ਼ਨ ਦੇ ਉੱਤੇ ਜਿਹੜੀ ਲਿਮਟ ਆ ਉਹ ਲਾਉਣ ਲਈ ਰੋਕਦਾ ਆ। ਸੋ ਇਹ ਬਿੱਲ ਜਿਹੜਾ ਬੇਸਿਕਲੀ ਇਹ ਕਹਿੰਦਾ ਵੀ ਅਬੋਰਸ਼ਨ ਦਾ ਹੱਕ ਹੈਗਾ ਅਮਰੀਕਾ ਦੇ ਵਿੱਚ ਲੇਡੀਜ਼ ਨੂੰ, ਅਤੇ ਜਿਹੜੀਆਂ ਸਟੇਟਸ ਨੇ ਉਹ ਇਹਦੇ ਉੱਤੇ ਕੋਈ ਰੋਕ ਨਹੀਂ ਲਾ ਸਕਦੀਆਂ। ਹੁਣ ਇਹ ਬਿੱਲ ਇਹ ਤੋਂ ਬਾਅਦ ਜਾਣਾ ਸੈਨੇਟ 'ਚ, ਅਤੇ ਸੈਨੇਟ ਦੇ ਵਿੱਚ ਹੁਣ ਇਹਦਾ ਪਤਾ ਨਹੀਂ ਕੀ ਹਸ਼ਰ ਹੋਊਗਾ, ਕਿਉਂਕਿ ਸੈਨੇਟ ਦੇ ਵਿੱਚ ਜਿਹੜੀ ਮੈਜੋਰਿਟੀ ਆ ਉਹ ਡੈਮੋਕ੍ਰੈਟਿਕ ਪਾਰਟੀ ਦੀ ਇੰਨੀ ਜ਼ਿਆਦਾ ਨਹੀਂ ਹੈਗੀ, ਅਤੇ ਉੱਥੇ ਜੇ ਫਿਲੇਬਸਟਰ ਲੱਗ ਗਿਆ ਤਾਂ ਉਹਦੇ ਵਾਸਤੇ 60 ਵੋਟਾਂ ਚਾਹੀਦੀਆਂ ਨੇ, ਅਤੇ ਇੰਨੇ ਰਿਪਬਲਿਕਨ ਸੈਨੇਟਰ ਜਿਹੜੇ ਆ ਉਹ ਮਿਲਣੇ ਔਖੇ ਆ ਇਸ ਬਿੱਲ ਲਈ, ਕਿਉਂਕਿ ਉਹਨਾਂ ਦੀ ਪਾਰਟੀ ਦੀ ਜਿਹੜੀ ਪੋਜੀਸ਼ਨ ਆ ਕੁਛ ਹੋਰ ਆ। ਉਹ ਜਿਹੜੇ ਅਬੋਰਸ਼ਨ ਰਾਈਟਸ ਦੇ ਨੇ ਉਹਦੇ ਇੰਨੇ ਜ਼ਿਆਦਾ ਹੱਕ 'ਚ ਨਹੀਂ ਹੈਗੇ ਜਿੰਨੇ ਕਿ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਬੰਦੇ ਆ ਉਹ ਹੱਕ 'ਚ ਆ। ਅਤੇ ਹਾਊਸ ਨੇ ਇੱਕ ਹੋਰ ਮੇਜਰ ਪਾਸ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੂਮਨ ਦਾ ਰਾਈਟ ਹੈਗਾ ਰਾਈਟ ਟੂ ਟਰੈਵਲ ਟੂ obtain ਅਬੋਰਸ਼ਨ, ਉਹਦੇ ਵਿੱਚ ਵੀ ਕੋਈ ਤੰਗੀ ਨਹੀਂ ਹੋਣੀ ਚਾਹੀਦੀ। ਵੀ ਜੇ ਕੋਈ ਵੂਮਨ ਇੱਕ ਸਟੇਟ ਤੋਂ ਦੂਜੀ ਸਟੇਟ ਜਾ ਕੇ ਅਬੋਰਸ਼ਨ ਕਰਾਉਂਦੀ ਹੈ, ਜਿਵੇਂ ਇੱਕ ਸਟੇਟ 'ਚ ਅਬੋਰਸ਼ਨ ਬੈਨ ਆ ਤਾਂ ਉਹ ਸਟੇਟ ਜਾਂਦੀ ਹੈ ਜਿੱਥੇ ਅਬੋਰਸ਼ਨ ਅਲਾਊਡ ਆ, ਤਾਂ ਉਹਦੀ ਜਿਹੜੀ ਟਰੈਵਲ ਆ ਉਹਦੇ ਉੱਤੇ ਕੋਈ ਜਿਹੜੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਅਤੇ ਉਹ ਜਿਹੜਾ ਬਿੱਲ ਹੈਗਾ ਉਹ ਵੀ ਪਾਸ ਹੋਇਆ, 223 ਵੋਟਾਂ ਉਹਦੇ ਹੱਕ 'ਚ ਪਈਆਂ, 205 ਖਿਲਾਫ। ਪਰ ਸੈਨੇਟ ਦੇ ਵਿੱਚ ਜਾਣਾ ਹੁਣ ਸੈਨੇਟ ਦੇ ਵਿੱਚ ਇਹ ਪਤਾ ਨਹੀਂ ਵੀ ਕੀ ਇਹਦਾ ਜਿਹੜਾ ਹੈਗਾ ਉਹ ਹਸ਼ਰ ਹੋਏਗਾ, ਕਿਉਂਕਿ ਜਿਹੜੀ ਰਿਪਬਲਿਕਨ ਪਾਰਟੀ ਦਾ ਰੁਖ ਹੈ ਉਹ ਇਹਨਾਂ ਬਿੱਲਾਂ ਦੇ ਖਿਲਾਫ ਹੈ, ਕਿਉਂਕਿ ਉਹ ਅਬੋਰਸ਼ਨ ਦੇ ਇਸ਼ੂ ਦੇ ਉੱਤੇ
ਜਿਹੜੀ ਸੁਪਰੀਮ ਕੋਰਟ ਆ ਉਹਦੇ ਜਿਹੜਾ ਫੈਸਲਾ ਆ ਉਹਨੇ ਜਿਹੜਾ ਰੋ ਵਰਸਸ ਵੇਡ ਓਵਰਟਰਨ ਕੀਤਾ ਆ ਤੇ ਉਹਦੇ ਹੱਕ 'ਚ ਨੇ ਤੇ ਜਿਹਦੇ 'ਚ ਕਿ ਸੁਪਰੀਮ ਕੋਰਟ ਨੇ ਬੇਸਿਕਲੀ ਇਹ ਕਿਹਾ ਸੀ ਕਿ ਅਬੋਰਸ਼ਨ ਦਾ ਕੋਈ ਰਾਈਟ ਨਹੀਂ ਹੈ। ਜਿਹੜਾ ਸਾਡਾ ਕੌਨਸਟੀਟਿਊਸ਼ਨ ਹੈ ਅਮਰੀਕਾ ਦਾ ਉਹ ਕੋਈ ਅਬੋਰਸ਼ਨ ਕਰਾਉਣ ਦਾ ਹੱਕ ਨਹੀਂ ਦਿੰਦਾ, ਉਹਦਾ ਕੋਈ ਰਾਈਟ ਨਹੀਂ ਹੈਗਾ। ਤੇ ਜਿਹੜੀ ਅਬੋਰਸ਼ਨ ਹੈ ਉਹ ਮਤਲਬ ਜਿਹੜੀਆਂ ਸਟੇਟਾਂ ਜੇ ਚਾਹੁਣ ਤਾਂ ਉਹਦੇ ਉੱਤੇ ਪਾਬੰਦੀ ਲਾ ਸਕਦੀਆਂ ਨੇ ਜਾਂ ਉਹਨੂੰ ਜਿਹੜਾ ਉਹ ਲਿਮਿਟ ਕਰ ਸਕਦੀਆਂ, ਉਹਦਾ ਕੋਈ ਹੱਕ ਨਹੀਂ। ਪਰ ਇਹ ਜਿਹੜਾ ਬਿੱਲ ਆ ਇਹ ਰਾਈਟ ਦਿੰਦਾ ਕਿ ਅਬੋਰਸ਼ਨ ਜਿਹੜਾ ਹੈਗਾ ਉਹ ਕਰਾਉਣਾ ਉਹ ਹੱਕ ਹੈ। ਤੇ ਇਹ ਹੁਣ ਹਾਊਸ ਨੇ ਤਾਂ ਪਾਸ ਕੀਤਾ, ਪਰ ਹਾਊਸ ਨੇ ਤਾਂ ਅੱਗੇ ਇਮੀਗ੍ਰੇਸ਼ਨ ਦੇ ਵੀ ਬੜੇ ਬਿੱਲ ਪਾਸ ਕੀਤੇ ਸੀ ਜਿਹੜੇ ਸੈਨੇਟ ਜਾ ਕੇ ਫਸ ਗਏ, ਉੱਥੇ ਕਿਸੇ ਪਾਸੇ ਨਹੀਂ ਲੱਗੇ। ਹੁਣ ਸੈਨੇਟ ਦੇ ਵਿੱਚ ਇਹਦਾ ਕੀ ਹੋਏਗਾ ਇਹ ਅਜੇ ਆਪਾਂ ਕੁਝ ਨਹੀਂ ਕਹਿ ਸਕਦੇ। ਅਗਲਾ ਜਿਹੜਾ ਪੁਆਇੰਟ ਹੈ ਜੀ ਉਹ ਇਹ ਹੈਗਾ ਕਿ ਸਰਕਾਰ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਜਿਹੜਾ ਇੱਕ ਡਿਸਟ੍ਰਿਕਟ ਜੱਜ ਨੇ ਉਹਨਾਂ ਦਾ ਜਿਹੜਾ ਡਿਪੋਰਟੇਸ਼ਨ ਦਾ ਆਰਡਰ ਸਟੇ ਕੀਤਾ ਸੀ, ਜਿਹੜਾ ਉਹਨਾਂ ਨੇ ਇੱਕ ਪਾਲਿਸੀ ਬਣਾਈ ਸੀ ਵੀ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ, ਉਹ ਪਾਲਿਸੀ ਨੂੰ ਸਟੇ ਕਰਤਾ ਸੀ ਵੀ ਉਹ ਸਟੇ ਜਿਹੜੀ ਆ ਉਹ ਲਿਫਟ ਕੀਤੀ ਜਾਵੇ ਤੇ ਸਰਕਾਰ ਦੇ ਹੱਕ 'ਚ ਫੈਸਲਾ ਕੀਤਾ ਜਾਵੇ। ਸੋ ਦ ਬਾਈਡਨ ਐਡਮਿਨਿਸਟ੍ਰੇਸ਼ਨ ਹੈਜ਼ ਆਸਕਡ ਦ ਸੁਪਰੀਮ ਕੋਰਟ ਔਨ ਫਰਾਈਡੇ to stay a court order blocking the Department of Homeland Security from implementing immigration enforcement priorities, potentially setting up Justice Keaton G. Brown Jackson's first vote after joining the court. ਸੋ ਜਿਹੜੇ ਜਸਟਿਸ ਨਵੇਂ ਸੁਪਰੀਮ ਕੋਰਟ ਦੇ ਅਪੁਆਇੰਟ ਹੋਏ ਸੀਗੇ ਕੇਟਨ ਜੀ ਬਰਾਊਨ ਜੈਕਸਨ, ਉਹਨਾਂ ਨੇ ਹੁਣ ਆਪਣੀ ਜਿਹੜੀ ਆਫਿਸ ਹੈਗਾ ਉਹ ਸੰਭਾਲ ਲਿਆ ਤੇ ਸਵਾਰਨ ਇਨ ਹੋ ਗਏ ਨੇ। ਉਹਨਾਂ ਨੇ ਹੁਣ ਪਹਿਲਾ ਇਸ ਕੇਸ ਦੇ ਵਿੱਚ ਉਹ ਆਪਣੀ ਜਿਹੜੀ ਹੈਗੀ ਸੁਣਨਗੇ ਤੇ ਵੋਟ ਪਾਉਣਗੇ। ਤੇ ਜਿਹੜੀ ਸਰਕਾਰ ਹੈਗੀ ਆ ਉਹ ਇਹ ਕਹਿ ਰਹੀ ਆ ਕਿ ਜਿਹੜਾ ਫੈਡਰਲ ਜੱਜ ਸੀ ਟੈਕਸਸ ਦਾ, ਜਿਹਨੇ ਕਿ ਪਿਛਲੇ ਮਹੀਨੇ ਬਲੌਕ ਕੀਤਾ ਸੀ ਇਹ ਆਰਡਰ ਗਵਰਨਮੈਂਟ ਦਾ, ਜਿਹਦੇ ਵਿੱਚ ਕਿ ਉਹ ਕਹਿੰਦੇ ਸੀ ਵੀ ਸਿਰਫ ਉਹਨਾਂ ਬੰਦਿਆਂ ਨੂੰ ਡਿਪੋਰਟ ਕਰਨਾ ਜਿਹੜੇ ਕਿ ਅਮਰੀਕਾ ਦੇ ਨੈਸ਼ਨਲ ਥ੍ਰੈਟ ਨੇ ਜਾਂ ਜਿਨ੍ਹਾਂ ਦੇ ਖਿਲਾਫ ਕੋਈ ਸੰਗੀਨ ਕ੍ਰਿਮੀਨਲ ਕੇਸ ਨੇ ਜਾਂ ਜਿਹੜੇ 2020 ਨਵੰਬਰ ਤੋਂ ਬਾਅਦ ਆਏ ਆ ਉਹਨਾਂ ਨੂੰ ਡਿਪੋਰਟ ਕਰਨਾ, ਇਸ ਤੋਂ ਪਹਿਲਾਂ ਵਾਲਿਆਂ ਨੂੰ ਨਹੀਂ ਕਰਨਾ ਜਿਹਨੇ ਜੇ ਕੋਈ ਕ੍ਰਾਈਮ ਵਗੈਰਾ ਨਹੀਂ ਕੀਤਾ। ਉਹਨਾਂ ਨੇ ਇਸ ਆਰਡਰ ਨੂੰ ਸਟੇ ਕਰ ਦਿੱਤਾ ਸੀ ਉਸ ਜੱਜ ਨੇ ਤੇ ਕਿਹਾ ਸੀ ਕਿ ਜਿਹੜੀ ਡਿਪੋਰਟੇਸ਼ਨ ਆ ਉਹਦੇ ਵਿੱਚ ਕੋਈ ਕਲਾਸੀਫਿਕੇਸ਼ਨ ਨਹੀਂ ਹੋਣੀ ਚਾਹੀਦੀ, ਜਿਹੜੇ ਬੰਦੇ ਨੇ ਵੀ ਇਮੀਗ੍ਰੇਸ਼ਨ ਲਾ ਦੇ ਮੁਤਾਬਕ ਡਿਪੋਰਟੇਸ਼ਨ ਲੱਗੀ ਆ ਉਹਨੂੰ ਤੁਸੀਂ ਡਿਪੋਰਟ ਕਰੋ, ਇਹਦੇ ਵਿੱਚ ਕੋਈ ਫਰਕ ਨਾ ਕਰੋ ਵੀ ਕਿਹਨੂੰ ਕਰਨਾ ਕਿਹਨੂੰ ਨਹੀਂ ਕਰਨਾ। ਤੇ ਸਰਕਾਰ ਦਾ ਤਰਕ ਇਹ ਆ ਵੀ ਸਾਡੇ ਕੋਲ ਇੰਨੇ ਰਿਸੋਰਸਿਸ ਨਹੀਂ ਹੈਗੇ ਵੀ ਅਸੀਂ ਬਹੁਤ ਜ਼ਿਆਦਾ ਬੰਦਿਆਂ ਨੂੰ ਡਿਪੋਰਟ ਨਹੀਂ ਕਰ ਸਕਦੇ, ਸਿਰਫ ਉਹਨਾਂ ਬੰਦਿਆਂ ਨੂੰ ਹੀ ਕਰ ਸਕਦੇ ਨੇ ਜਿਹੜੇ ਬੰਦੇ ਅਮਰੀਕਾ ਦੀ ਸਿਕਿਉਰਿਟੀ ਨੂੰ ਥ੍ਰੈਟ ਨੇ ਤੇ ਜਾਂ ਜਿਹੜੇ ਬੰਦੇ ਕੋਈ ਸੰਗੀਨ ਜਿਹੜੇ ਕ੍ਰਿਮੀਨਲ ਕੇਸਾਂ 'ਚ ਇਨਵੋਲਵਡ ਨੇ ਤੇ ਜਾਂ ਉਹ ਬੰਦੇ ਜਿਹੜੇ ਕਿ ਹੁਣ ਰੀਸੈਂਟ ਆਏ ਆ। ਤੇ ਇਹ ਜਿਹੜੀ ਉਸ ਤੋਂ ਬਾਅਦ ਜਿਹੜੀ ਸਰਕਾਰ ਸੀ ਇਹਨੇ ਉਸ ਡਿਸਟ੍ਰਿਕਟ ਕੋਰਟ ਦਾ ਆਰਡਰ ਦੀ ਅਪੀਲ ਕੀਤੀ ਅੱਗੇ 5th ਸਰਕਟ US ਕੋਰਟ ਆਫ ਅਪੀਲਸ ਤੇ ਉੱਥੇ ਉਹਨਾਂ ਨੇ ਵੀ ਕੋਈ ਅਜੇ ਰਿਲੀਫ ਨਹੀਂ ਦਿੱਤੀ। ਤਾਂ ਹੁਣ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਰੁਖ ਕੀਤਾ ਤੇ ਜਿਹੜੀ US ਸੁਪਰੀਮ ਕੋਰਟ ਆ ਉਹਦੇ ਵਿੱਚ ਗਵਰਨਮੈਂਟ ਨੇ ਇਹ ਕਿਹਾ ਕਿ ਜਿਹੜੀ ਉਹਨੇ ਸਟੇ ਲਾਤੀ ਉਸ ਆਰਡਰ ਤੇ ਉਹਨੂੰ ਲਿਫਟ ਕਰੋ ਤਾਂ ਕਿ ਸਾਨੂੰ ਇਖਤਿਆਰ ਹੋਣਾ ਚਾਹੀਦਾ ਵੀ ਅਸੀਂ ਕਿਹਨੂੰ ਰਿਪੋਰਟ ਕਰੀਏ ਕਿਹਨੂੰ ਨਾ ਕਰੀਏ। ਤੇ ਇੱਥੇ ਮੈਂ ਦੱਸਦਾ ਕਿ ਗਵਰਨਮੈਂਟ ਨੂੰ ਇੱਕ ਮੇਜਰ ਵਿਕਟਰੀ ਸੁਪਰੀਮ ਕੋਰਟ 'ਚ ਮਿਲੀ ਸੀਗੀ ਪਿਛਲੇ 2 ਵੀਕਾਂ ਦੇ ਵਿੱਚ ਕਿ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਉਹ ਸੁਪਰੀਮ ਕੋਰਟ ਨੇ ਸਰਕਾਰ ਦੇ ਹੱਕ 'ਚ ਰੂਲ ਕੀਤਾ ਸੀ ਵੀ ਗਵਰਨਮੈਂਟ ਦੀ ਮਰਜ਼ੀ ਆ ਕਿ ਉਹਨੂੰ ਇੰਪਲੀਮੈਂਟ ਕਰਨਾ ਕਿ ਨਹੀਂ ਕਰਨਾ। ਜੇ ਗਵਰਨਮੈਂਟ ਚਾਹੁੰਦੀ ਆ ਵੀ ਰਿਮੇਨ ਇਨ ਮੈਕਸੀਕੋ ਪਾਲਿਸੀ ਨੂੰ ਅਸੀਂ ਇੰਪਲੀਮੈਂਟ ਨਹੀਂ ਕਰਨਾ ਤਾਂ ਉਹਦੇ ਵਿੱਚ ਕੋਈ ਜਿਹੜੀ ਕੋਰਟ ਆ ਉਹ ਦਖਲਅੰਦਾਜ਼ੀ ਨਹੀਂ ਕਰ ਸਕਦੀ। ਸੋ ਜੇ ਗਵਰਨਮੈਂਟ ਉਸ ਪਾਲਿਸੀ ਨੂੰ ਐਂਡ ਕਰਨਾ ਚਾਹੁੰਦੀ ਆ ਤਾਂ ਉਹ ਕਰ ਸਕਦੀ ਆ। ਹੁਣ ਆ ਜਿਹੜੀ ਡਿਪੋਰਟੇਸ਼ਨ ਵਾਲੀ ਸਟੇ ਕੀਤਾ ਆਰਡਰ ਇਹ 'ਚ ਦੇਖਦੇ ਆ ਸੁਪਰੀਮ ਕੋਰਟ ਜਿਹੜੀ ਆ ਉਹ ਕੀ ਆਪਣਾ ਫੈਸਲਾ ਕਰਦੀ ਹੈ। ਅਗਲੀ ਜਿਹੜੀ ਖਬਰ ਹੈਗੀ ਆ ਜੀ ਉਹ ਹੈਗੀ ਆ ਵੀ ਜਿਹੜੇ US ਸੁਪਰੀਮ ਕੋਰਟ ਦੇ ਡਿਸੀਜਨ ਆਏ ਨੇ ਉਹਨਾਂ ਦੇ ਬਾਰੇ ਆਪਾਂ ਜਿਹੜੀ ਹੈਗੀ ਆ ਉਹ ਗੱਲ ਕਰਨੀ ਆ। ਤੇ US ਸੁਪਰੀਮ ਕੋਰਟ ਦੇ ਜਿਹੜੇ ਇਮੀਗ੍ਰੇਸ਼ਨ ਬਾਰੇ ਇੰਪੋਰਟੈਂਟ ਡਿਸੀਜਨ ਆਏ ਆ ਉਹ ਹੈਗਾ ਜੀ ਗਾਰਲੈਂਡ ਵਰਸਸ ਐਲਮੈਨ ਗੁਨਜ਼ਾਲੇਸ, ਦੂਜਾ ਹੈਗਾ ਜੌਨਸਨ ਵਰਸਸ ਅਰਟੀਗਾ ਮਾਰਟੀਨੇਜ਼। ਇਹਨਾਂ ਕੇਸਾਂ ਦੇ ਵਿੱਚ ਸੁਪਰੀਮ ਕੋਰਟ ਨੇ ਇਮੀਗ੍ਰੇਸ਼ਨ ਜਿਹੜੇ ਇਸ਼ੂਜ਼ ਨੇ ਉਹ ਡੀਲ ਕੀਤੇ ਆ ਤੇ the court decided in both the cases to overturn lower court rulings that required bond hearings if a person in removal proceeding had been detained for longer than 6 months. Court found that immigration statute did not require these bond hearings. ਇਹਨਾਂ ਦੋਨਾਂ ਕੇਸਾਂ ਦੇ ਵਿੱਚ US ਸੁਪਰੀਮ ਕੋਰਟ ਨੇ ਕਿਹਾ ਕਿ ਜੇ ਕੋਈ ਬੰਦਾ ਡਿਟੇਨਡ ਆ ਫੜਿਆ ਹੋਇਆ ਇਮੀਗ੍ਰੇਸ਼ਨ ਵਾਇਲੇਸ਼ਨ ਦੇ ਅੰਡਰ ਤੇ ਉਹਨੂੰ ਬੌਂਡ ਤੇ ਨਹੀਂ ਛੱਡਿਆ ਜਾ ਰਿਹਾ ਤੇ ਉਹਦਾ ਕੋਈ ਹੱਕ ਨਹੀਂ ਹੈਗਾ ਬੌਂਡ ਤੇ ਬਾਹਰ ਆਉਣ ਦਾ। ਇਹ ਸਰਕਾਰ ਦੀ ਜਾਂ ਜੱਜ ਦੀ ਮਰਜ਼ੀ ਆ ਬੌਂਡ ਕਰੇ ਜਾਂ ਨਾ ਕਰੇ। ਜੇ ਉਹਨੂੰ ਗਵਰਨਮੈਂਟ ਬੌਂਡ ਨਹੀਂ ਕਰਦੀ ਜਿਵੇਂ ਆਈਸ ਬੌਂਡ ਨਹੀਂ ਕਰਦੀ ਜਾਂ ਜਿਹੜਾ ਇਮੀਗ੍ਰੇਸ਼ਨ ਜੱਜ ਆ
ਉਹਦੇ ਕੋਲ ਬੌਂਡ ਦੀ ਹੀਅਰਿੰਗ ਹੋਈ ਤਾਂ ਉਹਨੇ ਨਾ ਕਰਤੀ, ਉਹ ਬੌਂਡ ਨਹੀਂ ਕਰ ਰਿਹਾ, ਤਾਂ ਕੋਈ ਉਹਦਾ ਹੱਕ ਨਹੀਂ ਹੈ ਕਿ ਇੰਨੀ ਦੇਰ ਉਹ ਰਹਿ ਗਿਆ ਤਾਂ ਬੌਂਡ ਹੋ ਜਾਵੇ। ਕਿ ਇਮੀਗ੍ਰੇਸ਼ਨ ਦੇ ਕੇਸਾਂ ਦੇ ਵਿੱਚ ਬੌਂਡ ਹੋਣ ਵਾਸਤੇ ਕੋਈ ਟਾਈਮ ਲਿਮਿਟ ਨਹੀਂ ਹੈ। ਜਿਵੇਂ ਅੱਗੇ ਹੁੰਦਾ ਸੀ ਕਿ 6 ਮਹੀਨੇ ਤੋਂ ਵੱਧ ਬੰਦਾ ਰਹਿ ਗਿਆ ਤਾਂ ਉਹਦਾ ਹੱਕ ਬਣ ਜਾਂਦਾ ਸੀ ਬੌਂਡ ਦਾ। ਉਹ ਸੁਪਰੀਮ ਕੋਰਟ ਨੇ ਕਿਹਾ ਕੋਈ ਇਹੋ ਜਿਹਾ ਰਾਈਟ ਕਾਨੂੰਨ ਦੇ ਵਿੱਚ ਨਹੀਂ ਆ। ਸੋ ਇਸ ਕਰਕੇ ਇਹਨਾਂ ਕੇਸਾਂ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਇਹੀ ਕਿਹਾ ਕਿ ਕੋਈ ਉਹ ਬੰਦੇ ਦਾ ਰਾਈਟ ਨਹੀਂ ਹੈ ਜੇ ਉਹਨੂੰ ਜੇਲ੍ਹ ਦੇ ਵਿੱਚ 6 ਮਹੀਨੇ ਤੋਂ ਵੱਧ ਟਾਈਮ ਹੋ ਗਿਆ, ਸਾਲ ਹੋ ਗਿਆ, 8 ਮਹੀਨੇ ਹੋ ਗਏ, ਕਿ ਉਹ ਬਾਹਰ ਆ ਸਕੇ। ਤੇ ਇਸ ਕਰਕੇ ਇਹਦੇ ਵਿੱਚ ਸੁਪਰੀਮ ਕੋਰਟ ਨੇ ਬੜਾ ਕਲੀਅਰ ਕਿਹਾ ਕਿ ਅਸੀਂ ਇਹਦੇ 'ਚ ਇੰਟਰਫੀਅਰ ਨਹੀਂ ਕਰ ਸਕਦੇ। ਤੀਸਰਾ ਜਿਹੜਾ ਇੰਪੋਰਟੈਂਟ ਕੇਸ ਹੈ, ਇਹਦੇ ਬਾਰੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਹੈਗਾ ਪਟੇਲ ਵਰਸਸ ਗਾਰਲੈਂਡ। ਇਸ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇ ਕਿਸੇ ਬੰਦੇ ਨੇ ਆਪਣੇ ਡਰਾਈਵਰ ਲਾਇਸੈਂਸ ਐਪਲੀਕੇਸ਼ਨ ਦੇ ਉੱਤੇ ਜਿਹੜਾ ਆਪਣੇ ਆਪ ਨੂੰ ਸਿਟੀਜ਼ਨ ਕਹਿਤਾ, ਜਦੋਂ ਸਿਟੀਜ਼ਨ ਨਹੀਂ ਸੀ, ਤੇ ਉੱਤੇ ਉਹਨੇ ਗਲਤ ਲਿਖਿਆ, ਝੂਠ ਬੋਲਿਆ, ਤੇ ਉਸ ਤੋਂ ਬਾਅਦ ਉਹ ਗੱਲ ਪਤਾ ਲੱਗ ਗਈ ਤੇ ਉਹਦਾ ਐਡਜਸਟਮੈਂਟ ਆਫ ਸਟੇਟਸ ਇਸ ਗਰਾਊਂਡ ਤੇ ਡਿਨਾਈ ਹੋ ਗਿਆ ਵੀ ਇਹਨੇ ਸੱਚ ਨਹੀਂ ਬੋਲਿਆ ਆਪਣੀ ਕਿਸੇ ਐਪਲੀਕੇਸ਼ਨ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸਾਡੇ ਕੋਲ ਇਸ ਕੇਸ ਨੂੰ ਫੈਸਲਾ ਕਰਨ ਦਾ ਜਾਂ ਸੁਣਨ ਦਾ ਅਖਤਿਆਰ ਨਹੀਂ ਹੈ, ਕਿਉਂਕਿ ਸਟੈਚੂ ਜਿਹੜਾ ਉਹ ਫੈਡਰਲ ਕੋਰਟਾਂ ਨੂੰ ਅਖਤਿਆਰ ਨਹੀਂ ਦਿੰਦਾ। ਇਹ ਜਿਹੜਾ ਘੇਰਾ ਹੈਗਾ ਇਹ USCIS ਦਾ ਤੇ ਇਮੀਗ੍ਰੇਸ਼ਨ ਜੱਜ ਦਾ। ਜੇ ਉਹਨੂੰ ਇਮੀਗ੍ਰੇਸ਼ਨ ਜੱਜ ਤੱਕ ਰਿਲੀਫ ਨਹੀਂ ਮਿਲਦੀ ਤਾਂ ਅਪੀਲਾਂ ਦੇ ਵਿੱਚ ਜਿਹੜੀਆਂ ਕੋਰਟਾਂ ਨੇ ਉਹਨਾਂ ਨੂੰ ਐਡਜਸਟਮੈਂਟ ਆਫ ਸਟੇਟਸ ਦੇ ਕੇਸ ਸੁਣਨ ਦਾ ਕੋਈ ਰਾਈਟ ਜਿਹੜਾ ਹੈਗਾ ਉਹ ਨਹੀਂ ਆ। ਪਰ ਜਿਹੜਾ ਇੱਕ ਫੈਸਲਾ ਜਿਹਦੇ ਬਾਰੇ ਮੈਂ ਦੱਸ ਕੇ ਹਟਿਆ ਸੁਪਰੀਮ ਕੋਰਟ ਨੇ ਹੱਕ 'ਚ ਕੀਤਾ ਗੌਰਮੈਂਟ ਦੇ, ਉਹ ਸੀਗਾ ਐਂਡਿੰਗ ਰਿਮੇਨ ਇਨ ਮੈਕਸੀਕੋ ਪ੍ਰੋਗਰਾਮ। ਸੋ ਜਿਹੜਾ ਰਿਮੇਨ ਇਨ ਮੈਕਸੀਕੋ ਪ੍ਰੋਗਰਾਮ ਸੀ ਉਹ ਤੁਹਾਨੂੰ ਪਤਾ ਕਿ ਪਿਛਲੀ ਸਰਕਾਰ ਨੇ ਸ਼ੁਰੂ ਕੀਤਾ ਸੀਗਾ, ਤੇ ਉਹ 'ਚ ਇਹ ਸੀ ਕਿ ਟੈਕਸਸ ਦੇ ਜਿਹੜੇ ਬੰਦੇ ਨੇ ਜਾਂ ਜਿਹੜੇ ਐਰੀਜ਼ੋਨਾ ਤੋਂ ਆਉਂਦੇ ਆ ਬਾਰਡਰ, ਜਾਂ ਕੈਲੀਫੋਰਨੀਆ ਜਿਹੜੀਆਂ ਕਿ ਸਟੇਟਾਂ ਮੈਕਸੀਕੋ ਨਾਲ ਲੱਗਦੀਆਂ ਨੇ, ਉਹਨਾਂ ਨੂੰ ਉੱਥੇ ਐਂਟਰੀ ਦੇਣ ਦੀ ਬਜਾਏ ਮੈਕਸੀਕੋ ਦੇ ਵਿੱਚ ਹੀ ਰੱਖਿਆ ਜਾਵੇ ਤਾਂ ਉੱਥੇ ਕੇਸ ਲੜਨ, ਤੇ ਜੱਜ ਜਿਹੜਾ ਟੈਲੀ ਵੀਡੀਓ ਰਾਹੀਂ ਉਹਨਾਂ ਦੇ ਕੇਸ ਸੁਣੇ। ਪਰ ਉਹ ਐਕਸਪੈਰੀਮੈਂਟ ਬੜਾ ਫੇਲ ਹੋਇਆ, ਕਿਉਂਕਿ ਪਹਿਲੀ ਗੱਲ ਤਾਂ ਟੈਲੀ ਵੀਡੀਓ 'ਤੇ ਕਿਸੇ ਦਾ ਕੇਸ ਪਾਸ ਨਹੀਂ ਹੋਇਆ, 99% ਕੇਸ ਫੇਲ ਹੋਏ। ਦੂਜਾ ਇਹ ਵੀ ਖਬਰਾਂ ਆਈਆਂ ਵੀ ਮੈਕਸੀਕੋ ਦੇ ਵਿੱਚ ਕਾਫੀ ਲੋਕਾਂ ਨੂੰ ਅਬਿਊਜ਼ ਕੀਤਾ ਗਿਆ, ਉਹਨਾਂ ਨੂੰ ਉੱਥੇ ਤੰਗ ਪਰੇਸ਼ਾਨ ਕੀਤਾ ਗਿਆ, ਕੁੱਟਿਆ ਮਾਰਿਆ ਗਿਆ, ਹੋਰ ਵੀ ਬੜੇ ਹਿਊਮਨ ਰਾਈਟ ਦੇ ਅਬਿਊਜ਼ਸ ਹੋਏ ਤੇ ਉੱਥੋਂ ਡਿਪੋਰਟ ਕੀਤਾ ਗਿਆ। ਸੋ ਇਹ ਕੇਸ ਦਾ ਨਾਂ ਹੈਗਾ ਬਾਈਡਨ ਵਰਸਸ ਟੈਕਸਸ, ਤੇ ਇਹਦੇ ਵਿੱਚ ਸੁਪਰੀਮ ਕੋਰਟ gave a decisive win to Biden administration, rejecting arguments that Biden administration could not end the migrant protection protocols. Court ruled that immigration law does not require Biden administration to send people to Mexico to wait for their asylum hearings in United States. ਤੇ ਉਹਨਾਂ ਨੇ ਕਿਹਾ ਵੀ ਕੋਈ ਲਾ ਦੇ ਵਿੱਚ ਇਹ ਗੱਲ ਨਹੀਂ ਲਿਖੀ ਕਿਸੇ ਕਾਨੂੰਨ ਦੇ ਵਿੱਚ ਕਿ ਬੰਦਿਆਂ ਨੂੰ ਮੈਕਸੀਕੋ ਭੇਜੋ ਤੇ ਉੱਥੇ ਆਪਣੇ ਕੇਸ ਲੜਨ। ਇਹ ਸਰਕਾਰ ਦਾ ਫੈਸਲਾ ਸੀ ਪਹਿਲੀ ਦਾ, ਤੇ ਜੇ ਨਵੀਂ ਸਰਕਾਰ ਉਹਨੂੰ ਓਵਰਟਰਨ ਕਰਦੀ ਆ ਤਾਂ ਇਹ 'ਚ ਕੋਈ ਵੀ ਲਾ ਦੀ ਵਾਇਲੇਸ਼ਨ ਨਹੀਂ ਹੈਗੀ, ਤੇ ਸਰਕਾਰ ਇਸ ਫੈਸਲੇ ਨੂੰ ਰਿਮੇਨ ਇਨ ਮੈਕਸੀਕੋ ਪਾਲਿਸੀ ਨੂੰ ਰੱਦ ਕਰ ਸਕਦੀ ਆ ਤੇ ਉਹਦੇ ਹੱਕ 'ਚ ਆ। ਤੇ ਜਿਹੜੀ ਸਰਕਾਰ ਹੈ ਉਹ ਇਹ ਜਿਹੜਾ ਕੇਸ ਆ ਉਹਦੇ ਹੱਕ 'ਚ ਹੋਇਆ, ਤੇ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਕੋਲ ਪੂਰਾ ਅਖਤਿਆਰ ਹੈ, ਪੂਰੀ ਅਥਾਰਟੀ ਆ ਕਿ ਜੇ ਉਹ ਇਹ ਪਾਲਿਸੀ ਨੂੰ ਰੱਦ ਕਰੇ, ਕਿਉਂਕਿ ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਬੰਦਿਆਂ ਨੂੰ ਮੈਕਸੀਕੋ ਭੇਜੋ ਆਪਣੇ ਕੇਸ ਲੜਨ ਵਾਸਤੇ। ਸੋ ਇੱਕ ਮੇਜਰ ਵਿਨ ਜਿਹੜੀ ਕਿ ਰਿਮੇਨ ਇਨ ਮੈਕਸੀਕੋ ਪਾਲਿਸੀ ਦੇ ਖਿਲਾਫ ਇਹ ਜਿਹੜੀ ਹੋਈ। ਅਗਲਾ ਕੇਸ ਜਿਹੜਾ ਇੰਪੋਰਟੈਂਟ ਆ ਇਮੀਗ੍ਰੇਸ਼ਨ ਬਾਰੇ ਉਹ ਹੈਗਾ ਐਗਬਰਟ ਵਰਸਸ ਬੋਲੇ। ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇ ਕੋਈ ਬਾਰਡਰ ਪੈਟਰੋਲ ਏਜੰਟ ਕਿਸੇ ਦੇ ਘਰ ਆ ਗਿਆ US ਸਿਟੀਜ਼ਨ ਤੇ ਵਿਦਆਊਟ ਵਾਰੰਟ, ਤੇ ਉਹਨੇ ਕੇਸ ਕਰਤਾ ਸਿਵਲ ਰਾਈਟ ਦਾ, ਤੇ ਉਹਨਾਂ ਨੇ ਇਹ ਕਿਹਾ ਵੀ ਉਹਨੂੰ ਕੋਈ ਹੱਕ ਨਹੀਂ ਹੈ ਫੈਡਰਲ ਏਜੰਟ ਤੋਂ ਕੰਪਨਸੇਸ਼ਨ ਜਾਂ ਪੈਸੇ ਜਿਹੜੇ ਵਸੂਲਣ ਦਾ, ਕਿਉਂਕਿ ਜਿਹੜਾ ਫੈਡਰਲ ਏਜੰਟ ਸੀਗਾ ਉਹ ਆਪਣੀ ਡਿਊਟੀ ਕਰ ਰਿਹਾ ਸੀ ਜੋ ਉਹਨੂੰ ਡਿਊਟੀ ਲੱਗੀ ਆ ਸਰਕਾਰ ਵੱਲੋਂ, ਤੇ ਇਸ ਕਰਕੇ ਉਹਦੇ ਖਿਲਾਫ ਉਹ ਜਿਹੜਾ ਕੇਸ ਆ ਉਹ ਨਹੀਂ ਬਣਦਾ, ਕਿਉਂਕਿ ਨੈਸ਼ਨਲ ਸਿਕਿਉਰਿਟੀ ਕੰਸਰਨਸ ਇਹਦੇ ਵਿੱਚ ਇਨਵੋਲਵਡ ਨੇ। ਤੇ ਇਸ ਕਰਕੇ ਉਹਨਾਂ ਨੇ ਉਹ ਜਿਹੜਾ ਬਾਰਡਰ ਪੈਟਰੋਲ ਦਾ ਏਜੰਟ ਆ ਉਹਦੇ ਹੱਕ ਦੇ ਵਿੱਚ, ਉਹਦੇ ਫੇਵਰ ਦੇ ਵਿੱਚ ਇਹ ਰੂਲ ਕੀਤਾ ਸੀ। ਸੋ ਇਹ ਇੰਪੋਰਟੈਂਟ ਕੇਸ ਸੀਗੇ ਜਿਹੜੇ ਕਿ ਸੁਪਰੀਮ ਕੋਰਟ ਨੇ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਦੇ ਬਾਰੇ ਕੀਤੇ ਆ, ਤੇ ਇਹਦੇ ਬਾਰੇ ਆਪਾਂ ਡਿਸਕਸ ਕੀਤਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਸੁਪਰੀਮ ਕੋਰਟ ਕੀ ਜਿਹੜੀ ਆ ਉਹ ਡਿਸਾਈਡ ਕਰਦੀ ਆ। ਤੇ ਅਗਲੀ ਜਿਹੜੀ ਆਪਣੀ ਹੁਣ ਕੈਟਾਗਰੀ ਹੈਗੀ ਆ ਜੀ ਸਵਾਲਾਂ ਦੇ ਜਵਾਬ ਦੇਣ ਦੀ, ਉਹ ਹੈਗੀ ਆ ਪੋਲੀਟੀਕਲ ਅਸਾਈਲਮ ਦੇ ਕੇਸਾਂ ਬਾਰੇ। ਸੋ ਆਪਾਂ ਹੁਣ ਅਸਾਈਲਮ ਦੇ ਕੇਸਾਂ ਦੇ ਜਿਹੜੇ ਸਵਾਲ ਨੇ ਉਹਦੇ ਜਵਾਬ ਦਿੰਦੇ ਆ ਜੀ। ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਨੇ ਕਿ ਅਸਾਈਲਮ ਦੌਰਾਨ ਇੰਡੀਆ ਜਾਂ ਕਿਸੇ ਹੋਰ ਕੰਟਰੀ ਜਾ ਸਕਦਾ ਆ ਤੇ ਕਿ ਨਹੀਂ, ਜਿੰਨੀ ਦੇਰ ਕੇਸ ਪੈਂਡਿੰਗ ਆ ਉਨੀ ਦੇਰ ਨਹੀਂ ਜਾ ਸਕਦਾ। ਜੇ ਕੰਟਰੀ ਆਊਟ ਕਰੋਗੇ ਤਾਂ ਤੁਸੀਂ ਆਪਣੇ ਆਪ ਨੂੰ ਸੈਲਫ ਡਿਪੋਰਟ ਕਰ ਜਾਓਗੇ, ਤੁਸੀਂ ਅਮਰੀਕਾ ਦੇ ਵਿੱਚ ਕਿਤੇ ਵੀ ਰਹਿ ਸਕਦੇ ਹੋ। ਹੁਣ ਜਿਹੜਾ ਵਰਕ ਪਰਮਿਟ ਆ ਉਹ
ਅਸੈਲਮ ਕਰਨ ਤੋਂ 180 ਦਿਨ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ASAP ਦੀ ਮੈਂਬਰਸ਼ਿਪ ਲੈ ਕੇ। ਲੇਕਿਨ ਕੰਟਰੀ ਆਊਟ ਤੁਸੀਂ ਨਹੀਂ ਕਰ ਸਕਦੇ। ਜੇ ਅਸੈਲਮ ਪਾਸ ਹੋ ਜਾਂਦਾ ਉਦੋਂ ਬਾਅਦ ਟਰੈਵਲ ਡਾਕੂਮੈਂਟ ਲੈ ਕੇ ਜਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੇਰਾ 5 ਸਾਲ ਦਾ ਕੈਨੇਡਾ ਤੋਂ ਬੈਨ ਹੋਇਆ ਸੀ ਸਟੂਡੈਂਟ ਵੀਜ਼ਾ, ਅਤੇ ਹੁਣ ਮੈਂ ਮੈਕਸੀਕੋ ਤੋਂ ਅਮਰੀਕਾ ਜੇ ਆਵਾਂ ਤਾਂ ਇਹ 'ਚ ਕੋਈ ਪ੍ਰੋਬਲਮ ਤਾਂ ਨਹੀਂ ਜੇ ਮੈਂ ਅਸੈਲਮ ਕਰਨਾ? ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਮੈਂ ਇਹ 'ਚ ਰਿਕਮੈਂਡ ਨਹੀਂ ਕਰਦਾ ਜਿਹੜੇ ਮੈਕਸੀਕੋ ਦੇ ਰਾਹੀਂ ਆਉਂਦੇ ਆ, ਕਿਉਂਕਿ ਇਹ ਗੈਰ ਕਾਨੂੰਨੀ ਆ, ਇਹ ਰਸਤਾ ਗਲਤ ਆ, ਅਤੇ ਨਾਲ ਦੀ ਨਾਲ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ। ਸੋ ਇਸ ਕਰਕੇ ਮੈਂ ਇਸ ਗੱਲ ਦੇ ਜਿਹੜੀ ਆ ਉਹ ਪ੍ਰੋੜਤਾ ਨਹੀਂ ਕਰਦਾ, ਇਸ ਗੱਲ ਦੇ ਹੱਕ 'ਚ ਨਹੀਂ ਆ ਕਿ ਜਿਹੜੇ ਮੈਕਸੀਕੋ ਦੇ ਰਾਹੀਂ ਆ ਕੇ ਇੱਥੇ ਅਸੈਲਮ ਲਾਉਂਦੇ ਆ। ਸੋ ਦੂਜੀ ਗੱਲ ਇਹ ਆ ਕਿ ਜੇ ਕੋਈ ਬੰਦਾ ਆਉਂਦਾ ਹੀ ਆ ਅਤੇ ਉਹਦੀਆਂ ਜਿਹੜੀਆਂ ਆਪਸ਼ਨਸ ਕੀ ਨੇ ਜਾਂ ਉਹਦੇ ਲੀਗਲ ਉਹਦੇ ਕੋਲ ਕੀ ਜਿਹੜੀਆਂ ਹੈਗੀਆਂ ਰਾਈਟਸ ਹੈਗੇ ਨੇ, ਉਹਦੇ ਬਾਰੇ ਮੈਂ ਦੱਸ ਸਕਦਾ। ਅਤੇ ਪਹਿਲਾ ਤਾਂ ਇਹ ਹੈਗਾ ਕਿ ਅਸੈਲਮ ਤਾਂ ਲਾਇਓ ਜੇ ਅਸੈਲਮ ਦੇ ਗਰਾਊਂਡ 'ਚ ਆਉਂਗੇ। ਕੋਈ ਅਸੈਲਮ ਦੇ 5 ਗਰਾਊਂਡ ਹੁੰਦੇ ਨੇ, ਉਹਨਾਂ ਗਰਾਊਂਡ ਦੇ ਵਿੱਚ ਤੁਹਾਡਾ ਕੇਸ ਆਇਆ ਫਿਰ ਲਾਓ। ਜੇ ਤੁਹਾਡਾ ਉਹਨਾਂ 5 ਗਰਾਊਂਡਾਂ 'ਚ ਕੇਸ ਹੈਗਾ, ਤੁਹਾਨੂੰ ਪਾਸਟ ਪਰਸੀਕਿਊਸ਼ਨ ਹੋਈ ਆ, ਫਿਊਚਰ ਪਰਸੀਕਿਊਸ਼ਨ ਦਾ ਜਿਹੜਾ ਡਰ ਆ, ਅਤੇ ਤੁਹਾਡੇ ਕੋਲ ਡਾਕੂਮੈਂਟੇਸ਼ਨ ਵੀ ਹੈਗੀ ਆ, ਤਾਂ ਤੁਸੀਂ ਆ ਕੇ ਅਸੈਲਮ ਲਾ ਸਕਦੇ ਹੋ। ਉਹਦਾ ਇਹ ਗੱਲ ਦਾ ਫਰਕ ਨਹੀਂ ਪੈਂਦਾ ਵੀ ਤੁਸੀਂ ਕਿਹੜੇ ਕੰਟਰੀ 'ਚੋਂ ਬੈਨ ਹੋਏ ਆ। ਸਿਰਫ ਇਹ ਆ ਕਿ ਜੇ ਤੁਹਾਡੇ ਕੋਲ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਜਾਂ PR ਹੈਗੀ ਆ ਤਾਂ ਉੱਥੇ ਰੀਸੈਟਲਮੈਂਟ ਬਾਰ ਜਿਹੜਾ ਲੱਗ ਸਕਦਾ। ਪਰ ਜੇ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚੋਂ ਆਏ ਹੋ ਪਰ ਤੁਸੀਂ ਉੱਥੇ ਉਸ ਕੰਟਰੀ ਦੇ ਵਿੱਚ ਪੱਕੇ ਨਹੀਂ ਹੈਗੇ ਜਾਂ ਤੁਹਾਡੇ ਕੋਲ ਉੱਥੋਂ ਦੀ PR ਜਾਂ ਸਿਟੀਜ਼ਨਸ਼ਿਪ ਨਹੀਂ ਹੈਗੀ, ਤੁਸੀਂ ਅਸੈਲਮ ਲਾ ਸਕਦੇ ਹੋ। ਉਹਨਾਂ ਨੂੰ ਦੱਸੋ ਆ ਕੇ ਕਿ ਫਲਾਣੀ ਕੰਟਰੀ ਅਸੀਂ ਗਏ ਸੀ, ਉੱਥੇ ਆਹ ਹੋਇਆ ਸਾਡੇ ਨਾਲ, ਉਹ ਦੱਸ ਕੇ ਤੁਸੀਂ ਐਂਟਰ ਜਿਹੜਾ ਹੈਗਾ ਉਹ ਕਰਕੇ ਅਸੈਲਮ ਲਾ ਸਕਦੇ ਹੋ। ਬਟ ਅਗੇਨ ਅਸੈਲਮ ਦੇ 5 ਗਰਾਊਂਡ ਹੁੰਦੇ ਆ, ਉਹਨਾਂ ਗਰਾਊਂਡਾਂ ਦੇ ਵਿੱਚ ਤੁਹਾਡਾ ਕੇਸ ਜਿਹੜਾ ਉਹ ਹੋਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਤੁਸੀਂ ਇਹ ਦੱਸੋ ਕਿ ਸਾਡਾ ਜਿਹੜਾ ਅਸੈਲਮ ਦਾ ਕੇਸ ਹੈ ਇਹਦੇ ਵਿੱਚ ਸਾਡੇ ਕੋਲ ਸਾਰੀ ਡਾਕੂਮੈਂਟੇਸ਼ਨ ਹੈਗੀ ਆ, ਸਾਡਾ ਕੇਸ ਆਲਰੇਡੀ ਇੱਥੇ ਫਾਈਲ ਹੋਇਆ ਪਰ ਇੰਟਰਵਿਊ ਡੇਟ ਨਹੀਂ ਆ ਰਹੀ। ਅਸੈਲਮ ਦੀ ਇੰਟਰਵਿਊ ਡੇਟਾਂ ਉਹ ਨਹੀਂ ਦੇ ਰਹੇ। ਪਿੱਛੇ ਕਿਹਾ ਸੀ ਉਹਨਾਂ ਨੇ ਅਸੈਲਮ ਆਫਿਸਾਂ ਦੇ ਵਿੱਚ ਤੁਸੀਂ ਲੈਣ ਲਈ ਕਹਿ ਸਕਦੇ ਹੋ, ਪਰ ਅਸੀਂ ਕਰਕੇ ਦੇਖੀ ਆ ਕਾਫੀ ਟਰਾਈ। ਸੋ ਇੰਟਰਵਿਊ ਡੇਟਾਂ ਅਜੇ ਫਿਲਹਾਲ ਨਹੀਂ ਆ ਰਹੀਆਂ, ਅਤੇ ਜਿਹਨੂੰ ਦੇ ਰਹੇ ਆ ਉਹ ਆਪਣੇ ਆਪ ਹੀ ਦੇ ਰਹੇ ਆ, ਪਰ ਕਹਿਣ 'ਤੇ ਡੇਟਾਂ ਅਜੇ ਨਹੀਂ ਦੇ ਰਹੇ। ਪਿੱਛੇ ਦਿੰਦੇ ਰਹੇ ਆ, ਪਰ ਹੁਣ ਕਿਸੇ ਕਾਰਨ ਕਰਕੇ, ਖਾਸ ਕਰਕੇ ਜਿਹੜਾ ਸੈਨ ਫਰਾਂਸਿਸਕੋ ਅਸੈਲਮ ਆਫਿਸ ਹੈ ਜਾਂ ਨਿਊਯਾਰਕ, ਉਹਨਾਂ ਨੇ ਇੰਟਰਵਿਊਜ਼ ਦੇ ਜਿਹੜੀਆਂ ਡੇਟਾਂ ਨੇ ਉਹ ਅਜੇ ਨਹੀਂ ਦੇ ਰਹੇ ਹੋ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜੇ ਅਸੈਲਮ ਦੀ ਫਾਈਨਲ ਡੇਟ ਪੋਸਟਪੋਨ ਹੋ ਜਾਵੇ ਤਾਂ ਕਿੰਨੀ ਡੇਟ ਤੱਕ ਮਿਲਦੀ ਹੈ? ਇਹ ਡਿਪੈਂਡ ਕਰਦਾ ਹੈ ਜੂਰਿਸਡਿਕਸ਼ਨ ਦੇ ਉੱਤੇ। ਕਈ ਜਿਹੜੀਆਂ ਜਗ੍ਹਾ ਨੇ ਉਹਦਾ ਡੇਟਾਂ ਸਿੱਧੀਆਂ ਅੱਗੇ ਦੇ ਦਿੰਦੇ ਨੇ, ਜਿਵੇਂ ਸੈਨ ਫਰਾਂਸਿਸਕੋ ਜਿਹੜੀ ਕੋਰਟ ਆ ਉਹ ਡੇਟ ਜੇ ਪੋਸਟਪੋਨ ਕਰੂਗੀ ਤਾਂ ਆਪਣੇ ਆਪ ਹੀ ਡੇਟ ਦੇ ਦੇਗੀ ਤੁਹਾਨੂੰ ਕਿ ਜੀ ਤੁਹਾਡੀ ਡੇਟ ਜੇ ਹੁਣ 2022 ਸੀਗੀ ਪੋਸਟਪੋਨ ਹੋਊਗੀ ਤਾਂ 25 ਜਾਊਗੀ ਜਾਂ 24 ਜਾਊ ਜਾਂ 26 ਜਾਊਗੀ। ਲੇਕਿਨ ਕਈ ਸਟੇਟਾਂ ਇੱਦਾਂ ਦੀਆਂ ਹੈਗੀਆਂ ਜਿੱਥੇ ਕੋਰਟਾਂ ਜਿਹੜੀਆਂ ਖਾਸ ਕਰਕੇ ਨਿਊਯਾਰਕ ਆ, ਉੱਥੇ ਉਹ ਡੇਟਾਂ ਨਹੀਂ ਇੱਦਾਂ ਦਿੰਦੀਆਂ, ਉਹ ਅਜੇ ਹੋਲਡ 'ਤੇ ਪਾ ਦਿੰਦੀਆਂ ਕਿ ਜੋ ਡੇਟ ਅਵੇਲੇਬਲ ਹੋਊਗੀ ਤਾਂ ਡੇਟ ਦੇਣਗੇ। ਸੋ ਇਹਦੇ ਬਾਰੇ ਕਦੋਂ ਡੇਟ ਮਿਲੇਗੀ ਤੁਹਾਨੂੰ ਕੁਝ ਨਹੀਂ ਕਿਹਾ ਜਾ ਸਕਦਾ, ਲੇਕਿਨ ਤੁਹਾਡਾ ਵਕੀਲ ਜਿਹੜਾ ਪਤਾ ਉਹਨਾਂ ਤੋਂ ਕਰ ਸਕਦਾ, ਅਤੇ ਤੁਸੀਂ ਅਰਲੀ ਡੇਟ ਲੈਣ ਬਾਰੇ ਵੀ ਉਹਨਾਂ ਨੂੰ ਜਿਹੜੀ ਮੋਸ਼ਨ ਟੂ ਐਡਵਾਂਸ ਕਰ ਸਕਦੇ ਹੋ, ਰਿਕੁਐਸਟ ਪਾ ਸਕਦੇ ਹੋ। ਪਰ ਆਪਾਂ ਇਹਦੇ 'ਚ ਫੋਰ ਸ਼ੋਰਟੀ ਨਹੀਂ ਕਹਿ ਸਕਦੇ ਕਿੰਨਾ ਟਾਈਮ ਲੱਗੇਗਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜਾ B1 B2 'ਤੇ ਬੰਦਾ ਆਉਂਦਾ ਉਹ ਅਸੈਲਮ ਕਰ ਸਕਦਾ? ਹਾਂਜੀ, ਅਸੈਲਮ ਕੋਈ ਵੀ ਕਰ ਸਕਦਾ, ਪਰ ਉਹਦਾ ਕੇਸ ਜਿਹੜੇ ਅਸੈਲਮ ਦੇ 5 ਗਰਾਊਂਡ ਆ ਉਹਨਾਂ 'ਚ ਆਉਣਾ ਚਾਹੀਦਾ। ਜੇ 5 ਗਰਾਊਂਡਾਂ ਦੇ ਵਿੱਚ ਆਉਂਦਾ ਤਾਂ ਉਹ ਜ਼ਰੂਰ ਕਰ ਸਕਦਾ, ਅਤੇ ਬਾਕੀ ਉਹਦੇ ਨਾਲ ਉਹਨੂੰ ਇਹ ਵੀ ਸ਼ੋਅ ਕਰਨਾ ਪੈਣਾ ਕਿ ਪਹਿਲਾਂ ਪਰਸੀਕਿਊਸ਼ਨ ਹੋਈ ਹੈ, ਫਿਊਚਰ ਪਰਸੀਕਿਊਸ਼ਨ ਦਾ ਵੀ ਡਰ ਆ, ਉਹ ਜੇ ਆਪਣੀ ਕੰਟਰੀ ਜਾ ਕੇ ਰਹੇਗਾ ਤਾਂ ਉਹਨੂੰ ਖਤਰਾ ਹੋ ਸਕਦਾ, ਅਤੇ ਉਹ ਕੇਸ ਇਹ ਕਰ ਸਕਦਾ। ਇੱਕ ਹੋਰ ਸਵਾਲ ਹੈ ਜੀ ਇਹਦੇ ਨਾਲ ਹੀ, ਉਹ ਕਹਿੰਦੇ ਨੇ ਕਿ B1 B2 ਦੀਆਂ ਅਪਾਇੰਟਮੈਂਟਾਂ ਕਦੋਂ ਸਟਾਰਟ ਹੋਣਗੀਆਂ? ਵਾਕਈ ਜਿਹੜੀਆਂ B1 B2 ਵੀਜ਼ੇ ਦੀਆਂ ਅਪਾਇੰਟਮੈਂਟਾਂ ਬਹੁਤ ਔਖੀ ਮਿਲਦੀ ਆ, ਅਤੇ ਅਜੇ ਤੱਕ ਉਹਨਾਂ ਦਾ ਜਿਹੜਾ ਉਹ ਪਹਿਲਾਂ ਜਿਵੇਂ ਹੁੰਦਾ ਸੀ ਉਹ ਗੱਲ ਨਹੀਂ ਹੈਗੀ ਵੀ ਛੇਤੀ ਅਪਾਇੰਟਮੈਂਟ ਮਿਲ ਜਾਂਦੀ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਦੋਂ ਸ਼ੁਰੂ ਹੋਣਗੀਆਂ, ਕਿੰਨਾ ਟਾਈਮ ਲੱਗੂਗਾ, ਇਹਦੇ ਬਾਰੇ ਕੋਈ ਪ੍ਰੈਡਿਕਸ਼ਨ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਅਗਲਾ ਸਵਾਲ ਹੈ ਜੀ ਕਿ ਮੈਂ ਜੀ ਆਪਣੀ ਗਰਲਫ੍ਰੈਂਡ ਦੇ ਨਾਲ ਕੋਰਟ ਮੈਰਿਜ ਕੀਤੀ ਆ, ਅਤੇ ਮੈਂ ਇਲੀਗਲ ਐਂਟਰੀ ਕਰਕੇ ਇੱਥੇ ਅਮਰੀਕਾ ਆਇਆ, ਅਤੇ ਮੇਰੀ ਗਰਲਫ੍ਰੈਂਡ ਦੀ ਫੈਮਿਲੀ ਨੇ ਕਾਫੀ ਅਟੈਕ ਕਰਾਏ ਨੇ, ਕੀ ਸਾਡਾ ਅਸੈਲਮ ਦਾ ਕੇਸ ਅਪਰੂਵ ਹੋ ਜੂ? ਦੇਖੋ, ਇਹ ਤਾਂ ਹੁਣ ਤੁਹਾਡੀ ਪੂਰੀ ਜਿਹੜੀ ਸਿਚੁਏਸ਼ਨ ਸਮਝ ਕੇ ਹੀ ਦੱਸ ਸਕਦੇ ਕੀ ਆ, ਕਿਉਂਕਿ ਅਸੈਲਮ ਦੇ 5 ਗਰਾਊਂਡ ਨੇ, ਉਹਨਾਂ ਗਰਾਊਂਡਸ ਦੇ ਵਿੱਚ ਜੇ ਤੁਹਾਡਾ ਕੇਸ ਆਉਂਦਾ ਤਾਂ ਫਿਰ ਕੇਸ 'ਤੇ ਤੁਹਾਡੇ ਕੋਲ ਉਹਦੇ ਨਾਲ ਸੰਬੰਧਿਤ ਡਾਕੂਮੈਂਟੇਸ਼ਨ ਹੈਗੀ ਆ, ਅਤੇ ਤੁਸੀਂ ਤੁਹਾਡੀ ਇੰਟਰਵਿਊ ਕਿੱਦਾਂ ਦੀ ਹੁੰਦੀ ਹੈ, ਸਾਰੀਆਂ ਗੱਲਾਂ ਕਾਊਂਟ ਕਰਦੀਆਂ ਨੇ। ਇੰਨੀ ਕੁ ਗੱਲ 'ਤੇ ਨਹੀਂ ਕੁਛ ਆਪਾਂ ਕਹਿ ਸਕਦੇ, ਤੁਹਾਡਾ ਪੂਰੀ ਸਿਚੁਏਸ਼ਨ ਸਮਝ ਕੇ ਪੂਰਾ ਤੁਹਾਡੇ ਨਾਲ ਕੀ ਹੋਇਆ ਉਹ ਦੇਖ ਕੇ ਹੀ ਜਿਹੜਾ ਉਹ ਆਪਾਂ ਦੱਸ ਸਕਦੇ ਹਾਂ ਕਿ ਇਹ ਕੇਸ ਕੀ ਅਸੈਲਮ ਦੇ ਗਰਾਊਂਡਾਂ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ USA 'ਚ ਜਿਹੜੇ ਅਸੈਲਮ ਦੇ ਕੇਸ ਨੇ
ਉਹ ਲਾਉਣ ਵਾਸਤੇ ਬਿਆਨ ਕਿੱਦਾਂ ਦੇ ਹੋਣੇ ਚਾਹੀਦੇ। ਦੇਖੋ ਜੀ, ਇਹ ਤਾਂ ਬਿਆਨ ਤਾਂ ਜਿਹੜੇ ਬੇਸਿਕਲੀ ਤੁਹਾਡੇ ਜਿਹੜੇ ਅਸਾਈਲਮ ਦੇ 5 ਗਰਾਊਂਡ ਆ ਉਹਨਾਂ ਦੇ ਵਿੱਚ ਆਉਣੇ ਚਾਹੀਦੇ ਆ, ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਆ। ਪਰ ਫਿਰ ਜੇ ਤੁਹਾਡੇ ਨਾਲ ਕੁਝ ਹੋਇਆ, ਤੁਹਾਡਾ ਕੇਸ ਸੱਚਾ, ਤਾਂ ਹੀ ਅਸਾਈਲਮ ਦਾ ਕਰੋ। ਐਵੇਂ ਅਸਾਈਲਮ ਲਾਉਣ ਵਾਸਤੇ ਜਾਂ ਵਰਕ ਪਰਮਿਟ ਲਾਉਣ ਲਈ ਅਸਾਈਲਮ ਨਾ ਕਰੋ, ਕਿਉਂਕਿ ਅਸਾਈਲਮ ਦੇ ਜਿਹੜੇ ਗਰਾਊਂਡ ਨੇ ਉਹ ਬੜੇ ਵੈਲ ਡਿਫਾਈਨਡ ਨੇ, ਉੱਤੇ ਬੜਾ ਲੰਬਾ ਚੌੜਾ ਕੇਸ ਲਾਓ ਆ। ਅਤੇ ਉਹ ਜਿਹੜੇ ਗਰਾਊਂਡਾਂ ਦੇ ਵਿੱਚ ਜੇ ਕੇਸ ਆਉਂਦਾ ਤਾਂ ਫਿਰ ਹੀ ਕਰੋ, ਅਤੇ ਉਹ ਗਰਾਊਂਡਾਂ 'ਚ ਜੇ ਕੇਸ ਤੁਹਾਡਾ ਜਿਹੜਾ ਉਹ ਹੁੰਦਾ ਤਾਂ ਫਿਰ ਤੁਸੀਂ ਜ਼ਰੂਰ ਕਰ ਸਕਦੇ ਹੋ। ਅਤੇ ਅਗਲਾ ਸਵਾਲ ਹੈ ਜੀ ਕਿ 18 ਸਾਲ ਤੋਂ ਜਿਹੜੇ ਛੋਟੇ ਬੱਚੇ ਨੇ ਜਾਂ ਜਿਹੜੇ 18 ਸਾਲ ਦੇ ਨੂੰ ਕੈਂਪ 'ਚੋਂ ਐਂਟਰੀ ਮਿਲ ਰਹੀ ਆ, ਜਿਹੜੇ ਆਉਂਦੇ ਆ ਜੀ ਉਹਨਾਂ ਨੂੰ ਐਂਟਰੀ ਮਿਲਦੀ ਆ। ਜਿਹੜੇ 18 ਤੋਂ ਲੈ ਕੇ ਕਈ ਤਾਂ ਫੈਮਲੀਆਂ ਨਾਲ ਹੀ ਆਉਂਦੇ, ਛੋਟੇ ਬੱਚੇ ਹੁੰਦੇ, ਹਸਬੈਂਡ ਵਾਈਫ ਹੁੰਦੇ, ਉਹਨਾਂ ਨੂੰ ਐਂਟਰੀ ਦੇ ਦਿੰਦੇ 72 ਘੰਟੇ 'ਚ। ਜਿਹੜੇ 18 ਸਾਲ ਤੋਂ ਘੱਟ ਨੇ ਉਹਨਾਂ ਨੂੰ ਵੀ ਐਂਟਰੀ ਮਿਲ ਜਾਂਦੀ ਆ, ਜ਼ਿਆਦਾ ਸਵਾਲ ਜਵਾਬ ਨਹੀਂ ਹੁੰਦੇ। ਜਿਹੜੇ 18 ਸਾਲ ਤੋਂ ਉੱਪਰਲੀ ਉਮਰ ਦੇ ਕੈਂਪਾਂ 'ਚ ਆਉਂਦੇ ਆ ਉਹਨਾਂ ਨੂੰ ਇਹ ਅੱਜ ਕੱਲ੍ਹ ਡਿਟੈਂਸ਼ਨ ਸੈਂਟਰਾਂ 'ਚ ਲੈ ਜਾਂਦੇ ਆ, ਅਤੇ ਉੱਥੇ ਇਹ ਬੌਂਡ ਹੁੰਦਾ ਜਾਂ ਆਈਸ ਜਿਹੜੀ ਆ ਉਹ ਛੱਡ ਦਿੰਦੀ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਤੁਹਾਡੇ ਦਫ਼ਤਰਾਂ ਦੇ ਫ਼ੋਨ ਨੰਬਰ ਕੀ ਨੇ। ਸਾਡਾ ਜੀ ਜਿਹੜਾ ਨਿਊਯਾਰਕ ਆਫਿਸ ਉਹਦਾ ਨੰਬਰ ਹੈ 7185338444, ਫਰੀਮੌਂਟ ਦਾ ਨੰਬਰ ਹੈ 5106576444, ਅਤੇ ਜਿਹੜੇ ਸਾਡਾ ਫ੍ਰਿਜ਼ਨੋ ਦਾ ਨੰਬਰ ਹੈ 5595715511, ਅਤੇ ਤੁਸੀਂ ਇਹਨਾਂ 'ਤੇ ਜਿਹੜਾ ਹੈਗਾ ਉਹ ਸਾਨੂੰ ਕੰਟੈਕਟ ਕਰ ਸਕਦੇ ਹੋ। ਅਤੇ ਬਾਕੀ ਆਹ ਨੰਬਰ ਹੈਗਾ 9179154142, ਇਹ 'ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ। ਅਤੇ ਅਗਲਾ ਸਵਾਲ ਹੈ ਜੀ ਕਿ ਅਸਾਈਲਮ ਦਾ ਜਿਹੜਾ ਵਰਕ ਪਰਮਿਟ ਆ ਉਹ ਬੰਦਾ ਬੌਂਡ ਭਰ ਸਕਦਾ। ਬੌਂਡ ਜਿਹੜਾ ਹੈਗਾ ਉਹ ਭਰਨ ਵਾਸਤੇ ਤਾਂ ਬੰਦੇ ਦੀ ਆਈਡੀ ਚਾਹੀਦੀ ਆ। ਜ਼ਿਆਦਾ ਅਸੀਂ ਇਹੀ ਰਿਕਮੈਂਡ ਕਰਦੇ ਹਾਂ ਵੀ ਗ੍ਰੀਨ ਕਾਰਡ ਹੋਲਡਰ ਹੋਵੇ ਜਾਂ ਸਿਟੀਜ਼ਨ ਹੋਵੇ। ਪਰ ਜੇ ਗਰੰਟੀ ਦੇਣੀ ਆ ਕਿਸੇ ਦੀ, ਉਹਦੇ ਵਾਸਤੇ ਤੁਹਾਨੂੰ ਜਿਹੜੀ ਹੈਗੀ ਆ ਸਿਟੀਜ਼ਨਸ਼ਿਪ ਜਿਹੜੀ ਆ ਉਹ ਗਰੰਟੀ ਲਈ ਜਾਂ ਗ੍ਰੀਨ ਕਾਰਡ ਹੋਣਾ ਜ਼ਰੂਰੀ ਆ। ਅਤੇ ਬੌਂਡ ਵਾਸਤੇ ਤਾਂ ਆਮ ਤੌਰ 'ਤੇ ਜੇ ਤੁਹਾਡੇ ਕੋਲ ਆਈਡੀ ਹੈਗੀ ਆ, ਤੁਹਾਡੇ ਕੋਲ ਸਟੇਟਸ ਹੈਗਾ ਲੀਗਲ, ਉਹ ਤੁਸੀਂ ਜਾ ਕੇ ਭਰ ਸਕਦੇ ਹੋ। ਪਰ ਅਸੀਂ ਰਿਕਮੈਂਡ ਕਰਦੇ ਹਾਂ ਵੀ ਬੌਂਡ ਭਰਨ ਵਾਸਤੇ ਵੀ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਹੋਵੇ, ਉਹ ਜ਼ਿਆਦਾ ਬੈਟਰ ਹੈ। ਅਗਲਾ ਸਵਾਲ ਹੈ ਜੀ ਕਿ ਸਾਡਾ ਅਸਾਈਲਮ ਦਾ ਕੇਸ ਲੱਗਿਆ ਹੋਇਆ, ਫਿੰਗਰਪ੍ਰਿੰਟ ਹੋ ਗਏ, ਇੰਟਰਵਿਊ ਅਜੇ ਤੱਕ ਨਹੀਂ ਆਈ, ਕਦੋਂ ਆਏਗੀ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਇਹਨਾਂ ਨੇ ਕਿਹਾ ਸੀ ਇੰਟਰਵਿਊ ਦੇਵਾਂਗੇ, ਪਰ ਅਜੇ ਤੱਕ ਕੋਈ ਇੰਟਰਵਿਊ ਦੀ ਡੇਟਾ ਜਿਹੜੀ ਆ ਉਹ ਗੌਰਮੈਂਟ ਨਹੀਂ ਦੇ ਰਹੀ, ਸੋ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਇੰਟਰਵਿਊ ਦਾ ਕੀ ਬਣੇਗਾ। ਅਗਲਾ ਸਵਾਲ ਹੈ ਜੀ ਕਿ ਮੈਂ 2019 'ਚ ਇੱਥੋਂ ਡਿਪੋਰਟ ਹੋਇਆ ਸੀ, ਜਾਰਜੀਆ ਤੋਂ, ਅਸਾਈਲਮ ਦਾ ਕੇਸ ਲਾਇਆ ਸੀ, ਦੁਬਾਰਾ ਆ ਸਕਦਾ? ਦੁਬਾਰਾ ਤੁਸੀਂ ਜੇ ਆਓਗੇ ਤੁਹਾਡੇ 'ਤੇ ਉਹੀ ਜਿਹੜਾ ਪੁਰਾਣਾ ਆਰਡਰ ਹੈ ਡਿਪੋਰਟੇਸ਼ਨ ਦਾ, ਉਹ ਸਰਕਾਰ ਰੀਇਨਸਟੇਟ ਕਰ ਸਕਦੀ ਆ, ਕਿਉਂਕਿ ਜਿਹੜੀ ਡਿਪੋਰਟੇਸ਼ਨ ਲੱਗਦੀ ਆ ਉਹ ਸਰਟਨ ਟਾਈਮ ਲਈ ਲੱਗਦੀ ਆ, 5 ਸਾਲ ਲਈ, 10 ਸਾਲ ਦੀ। ਅਤੇ ਜੇ ਉਹ ਟਾਈਮ ਦੇ ਵਿੱਚ ਤੁਸੀਂ ਮੁੜਿਆ ਹੋ ਤਾਂ ਉਹਦਾ ਜਿਹੜਾ ਪੀਰੀਅਡ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਉਹ ਗਿਣਿਆ ਜਾ ਸਕਦਾ। ਸੋ ਇਸ ਕਰਕੇ ਆਉਣ ਦਾ ਕੋਈ ਖਾਸ ਜਿਹੜਾ ਹੈਗਾ ਉਹ ਲਾਭ ਤੁਹਾਨੂੰ ਨਹੀਂ ਹੋਏਗਾ। ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ, ਅਤੇ ਮੈਨੂੰ ਆਸ ਹੈ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਹੀ ਮਿਲਾਂਗੇ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ ਜੀ।